ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਪਹਿਲੀ ਵਾਰ ਦਸਮ ਗ੍ਰੰਥ ਉੱਤੇ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਦਾ ਯਤਨ ਕਰਨ ਲੱਗਾ ਹਾਂ। ਕਿਰਪਾ ਕਰਕੇ ਸਾਰੇ ਧਿਆਨ ਦੇ ਕੇ ਸੁਣਿਓ। ਇੱਕ ਗੱਲ ਸੱਚ ਹੈ। ਇਹ ਉਹਨਾਂ ਵਾਸਤੇ ਵੀ ਹੈ ਜੋ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਉੱਤੇ ਤਰਕ ਕਰਦੇ ਨੇ ਜਾਂ ਭੱਦਾ ਬੋਲਦੇ ਨੇ। ਸਿੱਖਾਂ ਦੀ ਜਗਦੀ ਜੋਤ ਗੁਰੂ ਗ੍ਰੰਥ ਸਾਹਿਬ ਹੀ ਹੈ। ਇਸ ਨੂੰ ਹੀ ਆਪਾਂ ਨੇ ਗੁਰੂ ਮੰਨਣਾ ਹੈ। ਪਰ ਪਿਆਰਿਓ, ਬਾਕੀ ਇਤਿਹਾਸ ਭਾਵੇਂ ਗੁਰੂ ਸਾਹਿਬ ਵੱਲੋਂ, ਭਗਤਾਂ ਵੱਲੋਂ ਜਾਂ ਸਿੱਖ ਲੇਖਕਾਂ ਵੱਲੋਂ ਲਿਖਿਆ ਗਿਆ ਹੈ, ਉਹਨਾਂ ਦਾ ਵੀ ਸਤਿਕਾਰ ਜ਼ਰੂਰ ਕਰੋ। ਹਾਂ, ਕਈ ਕੁ ਗ੍ਰੰਥ ਹੈ ਨੇ ਜਿਨ੍ਹਾਂ ਵਿੱਚ ਕੁਝ ਦੂਸਰਾ ਵੀ ਲਿਖਿਆ ਹੈ। ਨਸ਼ਿਆਂ ਬਾਰੇ ਵੀ ਗੱਲ ਹੈ, ਪਰ ਉਹ ਤਾਂ ਹੁਣ ਸਾਰੇ ਪੰਥ 'ਤੇ ਗੱਲ ਖੜੀ ਹੈ ਨਾ। ਪਰ ਆਪਾਂ ਅੱਜ ਦਸਮ ਗ੍ਰੰਥ ਦੀ ਹੀ ਗੱਲ ਕਰਾਂਗੇ। ਦਸਮ ਗ੍ਰੰਥ ਕਾਰਨ ਪੰਥ ਦੋ ਧਰਿਆਂ ਵਿੱਚ ਵੰਡਿਆ ਹੋਇਆ ਹੈ। ਕੋਈ ਕਹਿੰਦਾ ਹੈ ਇਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਇਸ ਨੂੰ ਗੁਰੂ ਜੀ ਦੀ ਬਾਣੀ ਜਾਣ ਕੇ ਸਤਿਕਾਰ ਕਰਨਾ ਅਤੇ ਪੜ੍ਹਨਾ ਚਾਹੀਦਾ ਹੈ। ਦੂਜਾ ਧੜਾ ਕਹਿੰਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ, ਇਸ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ ਜ਼ਿਕਰ ਹੈ ਅਤੇ ਅਸ਼ਲੀਲ ਗੱਲਾਂ ਲਿਖੀਆਂ ਗਈਆਂ ਹਨ, ਇਸ ਲਈ ਇਸ ਨੂੰ ਨਹੀਂ ਪੜ੍ਹਨਾ ਜਾਂ ਮੰਨਣਾ ਚਾਹੀਦਾ। ਦਸਮ ਗ੍ਰੰਥ ਵਿਰੋਧੀਆਂ ਦੀਆਂ ਗੱਲਾਂ ਸੁਣ ਕੇ ਇਉਂ ਲੱਗਦਾ ਹੈ ਜਿਵੇਂ ਵੱਡੇ ਟੱਬਰ ਵਿੱਚ ਕੋਈ ਦਾਲ ਸਬਜ਼ੀ ਬਣੀ ਹੋਵੇ ਤਾਂ ਘਰ ਦੇ ਇੱਕ ਦੋ ਜੀਆਂ ਨੂੰ ਜੇ ਉਹ ਦਾਲ ਸਬਜ਼ੀ ਨਾ ਪਸੰਦ ਆਵੇ ਤਾਂ ਉਹ ਸਾਰੇ ਟੱਬਰ ਨਾਲ ਝਗੜਾ ਕਰ ਲੈਣ ਕਿ ਸਾਨੂੰ ਇਹ ਸਬਜ਼ੀ ਪਸੰਦ ਨਹੀਂ ਔਰ ਆਪਾਂ ਵੀ ਨਹੀਂ ਖਾਣੀ, ਤੁਹਾਨੂੰ ਵੀ ਨਹੀਂ ਖਾਣ ਦੇਣੀ। ਜੇ ਤੁਹਾਨੂੰ ਉਹ ਸਬਜ਼ੀ ਨਹੀਂ ਪਸੰਦ, ਤੁਸੀਂ ਨਾ ਖਾਵੋ, ਪਰ ਜਿਹੜੇ ਹੋਰ ਜੀਆਂ ਨੂੰ ਪਸੰਦ ਹੈ ਉਹਨਾਂ ਨੂੰ ਤਾਂ ਖਾ ਲੈਣ ਦਿਓ। ਉਹਨਾਂ ਨਾਲ ਕਿਉਂ ਝਗੜਾ ਕਰਦੇ ਹੋ? ਇਹ ਤਾਂ ਮੂਰਖਪਣਾ ਹੀ ਹੋ ਗਿਆ ਨਾ। ਇਹ ਤਾਂ ਉਹ ਗੱਲ ਹੋ ਗਈ, ਮੈਨੂੰ ਗੋਭੀ ਪਸੰਦ ਨਹੀਂ ਅਤੇ ਉਸ ਦੇ ਔਗਣ ਦੱਸਣ ਲੱਗ ਗਏ ਕਿ ਇਸ ਵਿੱਚ ਕੀੜੇ ਪੈਂਦੇ ਨੇ, ਜ਼ਹਿਰੀਲੀਆਂ ਦਵਾਈਆਂ ਪਾਈਆਂ ਜਾਂਦੀਆਂ ਨੇ, ਇਹ ਵਾਈ ਹੁੰਦੀ ਹੈ। ਭਾਵ ਕਿ ਨਾ ਆਪ ਸਵਾਦ ਲੈਣਾ, ਨਾ ਦੂਜੇ ਨੂੰ ਲੈਣ ਦੇਣਾ। ਜੇ ਤੁਹਾਨੂੰ ਦਸਮ ਦੀਆਂ ਬਾਣੀਆਂ ਨਾਲ ਇੰਨੀ ਹੀ ਐਲਰਜੀ ਹੈਗੀ ਆ ਅਤੇ ਤੁਸੀਂ ਨਾ ਪੜ੍ਹੋ। ਦੂਜਿਆਂ ਨੂੰ ਜੇ ਚੰਗੀਆਂ ਲੱਗਦੀਆਂ ਹਨ ਉਹਨਾਂ ਨੂੰ ਤਾਂ ਪੜ੍ਹ ਲੈਣ ਦਿਓ। ਉਹਨਾਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਕਿਉਂ ਕਰਦੇ ਹੋ? ਨਿਤਨੇਮ ਦੀਆਂ 3 ਬਾਣੀਆਂ ਦਸਮ ਗ੍ਰੰਥ ਵਿੱਚੋਂ ਹਨ। ਜੋ ਆਪਾਂ ਰੋਜ਼ ਹੀ ਅਰਦਾਸ ਕਰਦੇ ਹਾਂ ਉਹ ਦਸਮ ਗ੍ਰੰਥ ਵਿੱਚੋਂ ਹੈ। ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਾਂ, ਆ ਜਿਹੜੇ ਰੌਲਾ ਪਾਉਂਦੇ ਨੇ ਇਹ ਵੀ ਬਾਰ-ਬਾਰ ਸਟੇਜਾਂ 'ਤੇ ਫਤਿਹ ਹੀ ਬੁਲਾਉਂਦੇ ਹਨ। ਇਹ ਭਾਈ ਸਭ ਕੁਝ ਦਸਮ ਗ੍ਰੰਥ ਵਿੱਚੋਂ ਹੀ ਹੈ। ਕਿੰਨਾ ਕੁਝ ਅਸੀਂ ਰੋਜ਼ ਦਸਮ ਗ੍ਰੰਥ ਵਿੱਚੋਂ ਲੈਂਦੇ ਹਾਂ। ਜੇ ਗੱਲ ਕਰੀਏ ਚਰਿੱਤਰਾਂ ਦੀ ਕਿ ਉਹ ਅਸ਼ਲੀਲ ਹਨ
ਤਾਂ ਉਹ ਕਿਹੜਾ ਇਨਸਾਨ ਹੈ ਜਿਸ ਨੇ ਕਦੇ ਜ਼ਿੰਦਗੀ ਵਿੱਚ ਕੋਈ ਅਸ਼ਲੀਲ ਗੱਲ ਨਹੀਂ ਕੀਤੀ। ਅਸੀਂ ਕਈ ਵਾਰ ਆਪਣੇ ਬੱਚਿਆਂ ਨੂੰ ਇਕੱਲਿਆਂ ਕਮਰਿਆਂ ਵਿੱਚ ਬਿਠਾ ਕੇ ਸਮਝਾਉਂਦੇ ਹਾਂ ਕਿ ਭਾਈ ਫਲਾਣਾ ਬੰਦਾ ਜਾਂ ਜਨਾਨੀ ਦਾ ਕਿਰਦਾਰ ਅੱਛਾ ਨਹੀਂ ਹੈ, ਉਹਨਾਂ ਦੀ ਸੰਗਤ ਨਹੀਂ ਕਰਨੀ, ਉਹ ਮੰਦੇ ਲੋਕ ਨੇ, ਤੇਰੇ ਜੀਵਨ ਨੂੰ ਵੀ ਦਾਗ ਲਾ ਦੇਣਗੇ। ਇਹੋ ਹੀ ਖਾਲਸੇ ਨੂੰ ਸਮਝਾਇਆ ਹੈ ਸਤਿਗੁਰਾਂ ਨੇ ਕਿ ਭਾਈ ਅੰਦਰ ਬਹਿ ਕੇ ਇਹ ਚਰਿੱਤਰਾਂ ਨੂੰ ਪੜ੍ਹੀ ਅਤੇ ਮਨ ਨਾਲ ਵਿਚਾਰੀ ਕਿ ਕਿਵੇਂ ਕਾਮ ਦੇ ਵਸ ਪੈ ਕੇ ਰਾਜਿਆਂ ਦੇ ਰਾਜ ਚਲੇ ਗਏ, ਉਹਨਾਂ ਦੀ ਜ਼ਿੰਦਗੀ 'ਤੇ ਕਿਵੇਂ ਦਾਗ ਲੱਗੇ, ਕਿਵੇਂ ਲੋਕ ਮਾਰੇ ਗਏ ਕਾਮ ਵਸ ਹੋ ਕੇ। ਜਿਵੇਂ ਅਸੀਂ ਬੱਚਿਆਂ ਨੂੰ ਅੰਦਰ ਵਾੜ ਕੇ ਸਮਝਾਈਦਾ ਹੈ, ਬਾਹਰੋਂ ਥੋੜ੍ਹਾ ਰੌਲਾ ਪਾਉਂਦੇ ਆਈਏ ਭਾਵੇਂ, ਪਰ ਇਹ ਗੱਲਾਂ ਆਪਾਂ ਬਾਹਰ ਤਾਂ ਨਹੀਂ ਸਮਝਾਉਂਦੇ, ਬੱਚਿਆਂ ਨੂੰ ਇਕੱਲਿਆਂ ਨੂੰ ਸਮਝਾਈਦਾ ਹੈ ਐਸੀਆਂ ਗੱਲਾਂ। ਬਿਲਕੁਲ ਉਸੇ ਤਰ੍ਹਾਂ ਹੀ ਕੁਝ ਸ਼ਬਦ ਹਨ ਭਾਈ ਜੋ ਸਾਨੂੰ ਇਕੱਲਿਆਂ ਨੂੰ ਪੜ੍ਹਨ ਅਤੇ ਸਿੱਖਣ ਲਈ ਹਨ, ਨਾ ਕਿ ਰੌਲਾ ਰੱਪਾ ਪਾਉਣ ਲਈ। ਬਾਕੀ ਜਿਹੜੇ ਬੱਚੇ ਸਕੂਲਾਂ ਕਾਲਜਾਂ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ, ਉਹਨਾਂ ਨੂੰ ਪੁੱਛੋ ਕਿਵੇਂ ਉਹਨਾਂ ਦੇ ਟੀਚਰ ਉਹਨਾਂ ਨੂੰ ਹਰ ਇੱਕ ਅੰਗ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦਿੰਦੇ ਨੇ, ਡਿਟੇਲ ਅਨੁਸਾਰ ਇੱਕ ਇੱਕ ਅੰਗ ਬਾਰੇ ਸਮਝਾਉਂਦੇ ਨੇ। ਕੀ ਉਹ ਗਲਤ ਕਰਦੇ ਹਨ? ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਜੀ ਸਾਡੇ ਟੀਚਰ ਹਨ, ਜੇ ਉਹ ਸਾਨੂੰ ਕੁਝ ਦੱਸਦੇ ਹਨ ਤਾਂ ਕੋਈ ਗਲਤ ਨਹੀਂ ਕਰਦੇ। ਰਹੀ ਦੇਵੀ ਦੇਵਤਿਆਂ ਦੀਆਂ ਗੱਲਾਂ, ਜਿਵੇਂ 24 ਅਵਤਾਰ, ਚੰਡੀ ਦੀ ਵਾਰ, ਦੁਰਗਾ ਦੀ ਵਾਰ, ਸ਼ਸਤਰ ਨਾਮ ਮਾਲਾ, ਇਹਨਾਂ ਨੂੰ ਇਸ ਕਰਕੇ ਗੁਰੂ ਜੀ ਨੇ ਗੁਰਮੁਖੀ ਵਿੱਚ ਲਿਖਿਆ ਹੈ ਕਿਉਂਕਿ ਇਹ ਹਿੰਦੂ ਗ੍ਰੰਥ ਹਨ ਸਾਰੇ। ਇਹ ਪਹਿਲੇ ਸਮੇਂ ਵਿੱਚ ਸੰਸਕ੍ਰਿਤ ਭਾਸ਼ਾ ਵਿੱਚ ਸਨ। ਬਹੁਤ ਮੁਸ਼ਕਲ ਭਾਸ਼ਾ ਹੈ ਸੰਸਕ੍ਰਿਤ ਦੀ, ਬੜੀ ਔਖੀ ਹੈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਸੀ। ਕੁਝ ਕੁ ਗੁਰਸਿੱਖਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਮਹਾਰਾਜ ਇਸ ਦਾ ਅਨੁਵਾਦ ਕਿਸੇ ਸੌਖੀ ਭਾਸ਼ਾ ਵਿੱਚ ਕਰੋ ਜੋ ਸਾਡੇ ਵੀ ਸਮਝ ਆ ਸਕੇ ਔਰ ਆਪਾਂ ਵੀ ਹਿੰਦੂ ਵੀਰਾਂ ਨਾਲ ਇਸ ਬਾਰੇ ਲੋੜ ਪੈਣ 'ਤੇ ਸਵਾਲ ਜਵਾਬ ਕਰ ਸਕੀਏ। ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜਿਹੜੇ ਗ੍ਰੰਥ ਸਨ ਉਹਨਾਂ ਦਾ ਅਨੁਵਾਦ ਗੁਰਮੁਖੀ ਵਿੱਚ ਕੀਤਾ ਅਤੇ ਗੁਰੂ ਜੀ ਦੇ ਮੁਖ ਤੋਂ ਉਚਾਰਨ ਹੋਣ ਕਰਕੇ ਔਰ ਕਲਮ ਨਾਲ ਲਿਖਣ ਕਰਕੇ ਇਸ ਵਿੱਚ ਸਤਾ ਆ ਗਈ। ਗੁਰੂ ਜੀ ਨੇ ਵੀ ਕੁਝ ਬਖਸ਼ਿਸ਼ਾਂ ਆਪਣੇ ਵੱਲੋਂ ਕਰਕੇ ਇਸ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ। ਪਿਆਰਿਓ, ਆਪ ਜੀ ਨਾਲ ਇੱਕ ਗੱਲ ਕਰਾਂ, ਤੁਸੀਂ ਕਿਸੇ ਵੀ ਲੇਖਕ ਦੀ ਕਵਿਤਾ ਭਾਵੇਂ ਕਿੰਨੀ ਹੀ ਪਿਆਰੀ ਕਿਉਂ ਨਾ ਹੋਵੇ, ਪੜ੍ਹ ਕੇ ਵੇਖ ਲਿਓ, ਸੁਣ ਕੇ ਵੇਖ ਲਿਓ, ਇੱਕ ਦੋ ਵਾਰ ਪੜ੍ਹੋਗੇ, ਇੱਕ ਦੋ ਵਾਰ ਸੁਣੋਗੇ, 10 ਵਾਰ ਸੁਣ ਲਓਗੇ, 20 ਵਾਰ ਸੁਣ ਲਓਗੇ, 50 ਵਾਰ ਸੁਣ ਲਓਗੇ, ਪਰ ਬਾਰ-ਬਾਰ ਪੜ੍ਹਨ ਨਾਲ, ਬਾਰ-ਬਾਰ ਸੁਣਨ ਨਾਲ ਉਸ ਦਾ ਰਸ ਖਤਮ ਹੋ ਜਾਏਗਾ। ਪਰ ਜੇ ਗੁਰੂ ਸਾਹਿਬ ਦੇ ਮੁਖਾਰਬੰਦ ਤੋਂ ਜਾਂ ਕਲਮ ਤੋਂ ਕੋਈ ਰਚਨਾ ਪੈਦਾ ਹੋਈ ਹੋਵੇਗੀ, ਉਸ ਨੂੰ ਜਿੰਨੀ ਜ਼ਿਆਦਾ ਵਾਰ ਤੁਸੀਂ ਪੜ੍ਹੋਗੇ ਓਨਾ ਜ਼ਿਆਦਾ ਰਸ ਆਉਣਾ ਸ਼ੁਰੂ ਹੋ ਜਾਵੇਗਾ। ਤੁਹਾਨੂੰ ਕਿਸੇ ਦੀਆਂ ਗੱਲਾਂ ਵਿੱਚ ਆਉਣ ਦੀ ਲੋੜ ਨਹੀਂ, ਤੁਸੀਂ ਖੁਦ ਫੈਸਲਾ ਕਰ ਸਕਦੇ ਹੋ। ਜੇ ਤਾਂ ਤੁਹਾਨੂੰ ਦਸਮ ਗ੍ਰੰਥ ਦੀ ਬਾਣੀ ਵਿੱਚ ਬਾਰ-ਬਾਰ ਪੜ੍ਹਨ ਨਾਲ ਇਸ ਨੂੰ ਰਸ ਆਉਣਾ ਸ਼ੁਰੂ ਹੋ ਜਾਵੇ ਤਾਂ ਸਮਝ ਲਿਓ ਕਿ ਇਹ ਰਚਨਾ ਗੁਰੂ ਸਾਹਿਬ ਜੀ ਦੀ ਹੀ ਹੈ। ਜੇ ਰਸ ਨਾ ਆਇਆ ਤਾਂ ਕਿਸੇ ਹੋਰ ਸੰਸਾਰੀ ਕਵੀ ਦੀ ਸਮਝ ਲੈਣਾ। ਕਈ ਪੁੱਛਦੇ ਹਨ, ਜੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸੀ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਉਂ ਨਹੀਂ ਕੀਤੀ? ਉਹ ਭਾਈ ਇਸ ਲਈ ਨਹੀਂ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਇੱਕ ਵਾਹਿਗੁਰੂ ਦੀ ਗੱਲ ਕੀਤੀ ਗਈ ਹੈ, ਉਹਦੇ ਭਗਤਾਂ ਦੀ ਗੱਲ ਹੈ, ਉਹਦੇ ਨਾਮ ਦੀ ਗੱਲ ਹੈ। ਹੋਰ ਕਿਸੇ ਅਵਤਾਰ ਦਾ ਜੀਵਨ ਉਸ ਵਿੱਚ ਨਹੀਂ ਲਿਖਿਆ ਜਾ ਸਕਦਾ।
ਜਿਵੇਂ ਕਿ ਬਚਿੱਤਰ ਨਾਟਕ ਵਿੱਚ ਗੁਰੂ ਜੀ ਦਾ ਜੀਵਨ, 24 ਅਵਤਾਰ ਵਿੱਚ ਅਵਤਾਰਾਂ ਦਾ ਜੀਵਨ, ਚੰਡੀ ਦੀ ਵਾਰ ਵਿੱਚ ਦੇਵੀ ਅਤੇ ਰਾਖਸ਼ਾਂ ਦਾ ਜ਼ਿਕਰ ਕੀਤਾ ਹੈ। ਇਸ ਲਈ ਗੁਰੂ ਜੀ ਨੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤੀ। ਪਿਆਰਿਓ, ਗੁਰੂ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਭਾਈ ਮਣੀ ਸਿੰਘ ਜੀ ਨੇ ਇਹ ਬਾਣੀ ਇਕੱਤਰ ਕਰਕੇ ਗ੍ਰੰਥ ਦੇ ਰੂਪ ਵਿੱਚ ਦਰਜ ਕੀਤੀ। ਸਾਬੋ ਕੀ ਤਲਵੰਡੀ ਵਿੱਚ ਇਹ ਦਸਮ ਗ੍ਰੰਥ ਰੱਖਿਆ। ਗੁਰੂ ਗੋਬਿੰਦ ਸਿੰਘ ਜੀ ਨੇ ਜੋ ਬਾਣੀਆਂ ਲਿਖੀਆਂ ਸਨ, ਉਹਨਾਂ ਨੂੰ ਬਾਅਦ ਵਿੱਚ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੇ ਇਕੱਠਿਆਂ ਕਰਕੇ ਇੱਕ ਗ੍ਰੰਥ ਤਿਆਰ ਕੀਤਾ ਸੀ। ਉਸ ਗ੍ਰੰਥ ਨੂੰ ਹੀ ਦਸਮ ਗ੍ਰੰਥ, ਦਸਵੇਂ ਪਾਤਸ਼ਾਹ ਦਾ ਗ੍ਰੰਥ ਨਾਮ ਦਿੱਤਾ ਗਿਆ। ਇਸ ਗ੍ਰੰਥ ਦੀਆਂ 3 ਬਾਣੀਆਂ ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਗੁਰਸਿੱਖਾਂ ਦੇ ਨਿਤਨੇਮ ਦੀਆਂ 5 ਬਾਣੀਆਂ ਵਿੱਚ ਵੀ ਸ਼ਾਮਲ ਹਨ। ਭਾਈ ਸਾਹਿਬ ਭਾਈ ਮਣੀ ਸਿੰਘ ਜੀ, ਉਹਨਾਂ ਦੀ ਇੱਕ ਇਤਿਹਾਸਕ ਤੌਰ 'ਤੇ ਪ੍ਰਮਾਣਿਕ ਪੁਰਾਤਨ ਚਿੱਠੀ ਵੀ ਹੈ ਜੋ ਉਹਨਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਲਿਖੀ ਸੀ। ਉਸ ਵਿੱਚ ਭਾਈ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਇਕੱਤਰ ਕਰਨ ਦੇ ਕੰਮ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਭਾਈ ਸਾਹਿਬ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਮੈਂ ਭਾਈ ਝੰਡਾ ਸਿੰਘ ਦੇ ਹੱਥ ਜੋ ਪੋਥੀਆਂ ਭੇਜੀਆਂ ਹਨ, ਉਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ 303 ਚਰਿਤਰੋਪਖਿਆਨਾਂ ਦੀ ਪੋਥੀ ਹੈ। ਇਹ ਪੋਥੀ ਸਿੰਘਾਂ ਸਿੰਘ ਜੀ ਨੂੰ ਮਹਿਲ, ਦਿੱਲੀ ਵਿੱਚ ਸਥਿਤ ਮਾਤਾ ਜੀ ਦਾ ਮਹਿਲ, ਉੱਥੇ ਫੜਾ ਦੇਣੀ। ਨਾਮਮਾਲਾ ਦੀ ਬਨਾਵਟ ਹਜੇ ਨਹੀਂ ਮਿਲੀ। ਕ੍ਰਿਸ਼ਨ ਅਵਤਾਰ ਦਾ ਪਹਿਲਾ ਭਾਗ ਮਿਲ ਗਿਆ ਹੈ, ਪਰ ਦੂਜਾ ਨਹੀਂ ਮਿਲਿਆ। ਜਦੋਂ ਮਿਲੇਗਾ ਤਾਂ ਭੇਜ ਦੇਵਾਂਗਾ। ਇਸ ਚਿੱਠੀ ਤੋਂ ਸਾਫ਼ ਪਤਾ ਚੱਲਦਾ ਹੈ ਕਿ ਜਿਵੇਂ 5ਵੇਂ ਪਾਤਸ਼ਾਹ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਇਕੱਤਰ ਕਰਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਉਸੇ ਤਰ੍ਹਾਂ ਭਾਈ ਮਣੀ ਸਿੰਘ ਜੀ ਨੇ ਦਸਮ ਪਿਤਾ ਜੀ ਦੀਆਂ ਬਾਣੀਆਂ ਇਕੱਠੀਆਂ ਕਰਕੇ ਦਸਮ ਗ੍ਰੰਥ ਸਾਹਿਬ ਜੀ ਨੂੰ ਤਿਆਰ ਕੀਤਾ। ਚਰਿਤਰੋਪਖਿਆਨ ਬਾਣੀ ਵਿੱਚ 405 ਚਰਿੱਤਰ ਹਨ ਅਤੇ ਚਿੱਠੀ ਵਿੱਚ 303 ਚਰਿੱਤਰਾਂ ਦਾ ਜ਼ਿਕਰ ਕੀਤਾ ਗਿਆ ਹੈ। ਭਾਵ ਭਾਈ ਸਾਹਿਬ ਉਸ ਸਮੇਂ ਇਸ ਬਾਣੀ ਨੂੰ ਇਕੱਤਰ ਕਰ ਰਹੇ ਸਨ। ਬਾਬਾ ਦੀਪ ਸਿੰਘ ਜੀ ਨੇ ਵੀ ਦਸਮ ਬਾਣੀ ਦੀਆਂ ਬੀੜਾਂ ਆਪਣੇ ਹੱਥੀਂ ਲਿਖੀਆਂ ਹਨ। ਕੁਝ ਉਹ ਸਭ ਪੁਰਾਤਨ ਬੀੜਾਂ ਹੁਣ ਵੀ ਮੌਜੂਦ ਨੇ। ਜੇਕਰ ਭਾਈ ਮਣੀ ਸਿੰਘ ਔਰ ਬਾਬਾ ਦੀਪ ਸਿੰਘ ਜੀ ਵਰਗੇ ਸਿੰਘਾਂ ਉੱਤੇ ਵੀ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਹਾਡਾ ਕੁਝ ਨਹੀਂ ਹੋ ਸਕਦਾ ਭਾਈ। ਜਿਹੜੇ ਮਿਸ਼ਰਨੀ ਕਹਿੰਦੇ ਹਨ ਚੌਪਈ ਸਾਹਿਬ ਦੀ ਬਾਣੀ ਨੂੰ ਪੜ੍ਹਨਾ ਗਲਤ ਹੈ, ਉਹ ਜਰਾ ਹੁਣ ਬਾਬਾ ਬੰਦਾ ਸਿੰਘ ਜੀ ਵੱਲ ਵੀ ਝਾਤੀ ਮਾਰ ਲੈਣ। ਜਦੋਂ ਕੁਝ ਕੁ ਮਸੰਦਾਂ ਨੇ ਚੌਪਈ ਸਾਹਿਬ ਦੀ ਬਾਣੀ ਦੀ ਬੇਅਦਬੀ ਕੀਤੀ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਦਾ ਸੋਧਾ ਲਾਇਆ ਸੀ। ਗਿਆਨੀ ਗਿਆਨ ਸਿੰਘ ਉਹਨਾਂ ਨੇ ਉਹਨਾਂ ਦੀ ਹੱਥ ਲਿਖਤ ਸ਼ਮਸ਼ੇਰ ਖਾਲਸਾ, ਜੋ ਕਿ ਇਤਿਹਾਸਕਾਰਾਂ ਵੱਲੋਂ ਰੈਫਰੈਂਸ ਬੁੱਕ ਦੇ ਤੌਰ 'ਤੇ ਇਸਤੇਮਾਲ ਕਰਨ ਲਈ ਮਨਜ਼ੂਰ ਹੈ, ਇਹ ਘਟਨਾ ਦਾ ਜ਼ਿਕਰ ਉਸ ਵਿੱਚ ਹੈ। ਮੈਨੂੰ ਉਮੀਦ ਹੈ ਕਿ ਸੁਣ ਕੇ ਤੁਹਾਡੇ ਥੋੜ੍ਹੇ ਜਿਹੇ ਕਪਾਟ ਖੁੱਲ੍ਹ ਹੀ ਗਏ ਹੋਣਗੇ। ਬਾਕੀ ਭਾਈ ਇਹ ਅੰਦਰ ਬਹਿ ਕੇ ਵਿਚਾਰਨ ਵਾਲੀਆਂ ਗੱਲਾਂ ਨੇ। ਸਟੇਜਾਂ 'ਤੇ ਮੁੱਖ ਪਾੜਨ ਨਾਲ ਕੁਛ ਨਹੀਂ ਹੁੰਦਾ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਆ ਜਿਹੜੇ ਬਾਰ-ਬਾਰ ਮੈਸੇਜ ਕਰਦੇ ਸਨ, ਆ ਸੁਣ ਲੈਣ ਮਿਸ਼ਰ ਨਹੀਂ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।